रुपया कोई 5-6 लाख ਜਿਹੜਾ ਨਾ ਮਹੀਨੇ ਦਾ ਆਰਾਮ ਨਾਲ ਘਰ ਬੈ ਕੇ ਬਚ ਜਾਂਦਾ। माशाअल्लाह। ਇਸ ਟਾਈਮ ਕੋਈ 45 ਜਾਨਵਰ ਦੁੱਧ ਦੇ ਰਹੇ ਨੇ। माशाअल्लाह। ਤੇ 45 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਸੇਲ ਹੋ ਜਾਂਦਾ? ਰੋਜ਼ਾਨਾ ਦਾ ਦੁੱਧ ਸਾਡਾ ਹੋ ਜਾਂਦਾ ਕੋਈ 400 ਕਿਲੋ ਹੋ ਜਾਂਦਾ, ਜਿਹਦੇ 'ਚੋਂ ਅਸੀਂ ਘਰ ਵੀ ਗੱਲ ਵੇਜ਼ਾਰ ਆਪਣੇ ਘਰ ਵੀ ਕੋਈ 15-20 ਕਿਲੋ ਖੜੀਦਾ, 10 ਕਿਲੋ ਦੀ ਕੁੱਪੀ ਸਵੇਰ 10 ਸ਼ਾਮ। ਕੋਈ ਇੱਥੇ ਨੌਕਰਾਂ ਨੂੰ ਵੀ ਕੋਈ ਗੱਲ ਵੇ ਕੇ ਵਿੱਚ ਦੇਣਾ ਪੈਂਦਾ ਸਾਰਾ, ਮਤਲਬ ਕਿ ਜਿਹੜਾ ਨਾ ਕੋਈ ਇੱਕ ਦੋ ਦੋਸਤ ਵੀ ਖੜਦੇ ਨੇ। अस्सलाम वालेकुम। वालेकुम सलाम जनाब, की हाल है? ठीक, अल्लाह का शुक्र है सर, तुम सुनाओ ठीक हो? बड़ा अल्लाह का फजल जनाब, तुम सुनाओ सब खैरियत है? जी अल्लाह का शुक्र। सब तो पहले अपना तारफ करवा दियो। जनाब राणा मोहम्मद यूनुस आवर छाड़ा, चेयरमैन यूसी बोगरे। माशाल्लाह। राणा साहब किन्ने अरसे तू जानवरों का काम करते हो पे? जानवरों का तो 4-5 साल तो करने पे, लेकिन साल हो गया जरा ज़्यादा शुरू कर लिया। पहला तजर्बा किया थोड़े नाल ਤੇ ਠੀਕ ਹੈ। ਪਿੰਡ 'ਚ ਰਹਿ ਕੇ ਕੰਮ ਗੱਲ ਵੇ ਕਿ ਜਿਹੜਾ ਨਾ ਮਕੂਲ ਗੱਲ ਵੇ ਕਿ ਮਿਹਨਤ ਨਾਲ ਬੰਦਾ ਕੰਮ ਕਰੇ। ਮਾਸ਼ਾਅੱਲਾ। ਇਹ ਪਹਿਲੇ ਤੁਹਾਡੇ ਕੋਲ ਕਿੰਨੇ ਜਾਨਵਰ ਹਨ ਤੇ ਹੁਣ ਤੁਸੀਂ ਕਿੰਨਾ ਇਜ਼ਾਫਾ ਕੀਤਾ ਹੈ? ਪਹਿਲੇ ਸਾਡੇ ਕੋਲ 10-12 ਹੈ ਸਨ ਤੇ ਹੁਣ ਮਾਸ਼ਾਅੱਲਾ ਸਾਡੇ ਕੋਲ ਹੈ ਨੇ ਕੋਈ 50-60 ਜਾਨਵਰ ਨੇ। ਮਾਸ਼ਾਅੱਲਾ। ਯਾਨੀ ਕਿ ਤੁਹਾਨੂੰ ਇਹ ਕੰਮ ਰਾਸ ਆ ਗਿਆ, ਤੁਹਾਨੂੰ ਇਹਦੇ ਤੋਂ ਫਾਇਦਾ ਹੋਇਆ ਹੈ। ਜਿਹੜਾ ਤੁਹਾਡਾ 4-5 ਸਾਲ ਦਾ ਤਜਰਬਾ ਹੈ, ਇਹਦੇ ਮੁਤਲਕ ਦੱਸੋ ਕਿ ਤੁਹਾਨੂੰ ਕੀ ਮੁਸ਼ਕਲਾਤ ਆਈਆਂ ਤੇ ਤੁਸੀਂ ਇਹ ਕੰਮ ਤੋਂ ਕੀ ਹਾਸਲ ਕੀਤਾ ਹੈ? ਮੁਸ਼ਕਲਾਤ ਜਨਾਬ ਕੋਈ ਨਹੀਂ ਆਈਆਂ, ਮਿਹਨਤ ਕਰੇ ਬੰਦਾ। ਮਾਮੂਲੀ ਗੱਲ ਹੈ ਕਿ ਜਿਹੜਾ ਨਾ ਹਫਤੇ ਬਾਅਦ ਇੱਕ ਦੋ ਦਫਾ ਕੋਈ ਮਿਰਚ ਮਸਾਲਾ ਇਹਨਾਂ ਨੂੰ ਦਿੰਦਾ ਰਹੇ, ਗੁੜ ਛੁੜ ਦਿੰਦਾ ਰਹੇ ਸਿਆਲ। ਠੀਕ ਹੈ। ਚਾਰਾ ਜਿਹੜਾ ਨਾ ਹੁਣ ਆ ਜਾ ਕਿ ਅੱਜ ਕੱਲ੍ਹ ਪੱਠੇ ਆਮ ਨੇ, ਜ਼ਿਮੀਂਦਾਰਾ ਵੀ ਸਾਡਾ ਨਾਲ ਸ਼ੁਭ ਹੈ। ਠੀਕ। ਪੱਠੇ ਕੋਈ 10-15 ਕਿੱਲੇ ਬੀਜੇ ਨੇ, 12-13 ਕਿੱਲੇ 14 ਕਿੱਲੇ ਨੇ ਬੰਦੇ ਰੱਖੇ ਨੇ 4-5। ਤੇ ਅਸੀਂ ਸਮਝਦੇ ਹਾਂ ਬੜਾ ਅੱਛਾ ਕੰਮ ਹੈ ਅਗਰ ਬੰਦਾ ਮਿਹਨਤ ਨਾ ਕਰੇ। ਸੁਬਾਹ ਗੱਲ ਵੇ ਕਿ ਕੋਈ ਮੇਰਾ ਕੋਈ 2-2.5 ਬੋਰੀਆਂ ਸੁਬਾਹ ਵੰਡਾ ਪਾਈਦਾ, 2-2.5 ਸ਼ਾਮ ਨੂੰ ਵੰਡਾ ਪਾਈਦਾ। 4 ਤੋਂ 5 ਬੰਦੇ ਨੇ ਸਾਡੇ ਕੋਲ ਕੰਮ ਕਰਨ ਵਾਲੇ। ਅੱਛਾ ਰਾਣਾ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ 13-14 ਕਿੱਲੇ ਤੁਸੀਂ ਪੱਠੇ ਬੀਜੇ ਨੇ ਤੇ 50-60 ਜਾਨਵਰਾਂ ਵਾਸਤੇ 13-14 ਕਿੱਲੇ ਕਾਫੀ ਨੇ ਜਾਂ ਕਿ ਇਸ ਤੋਂ ਬਾਅਦ ਫਿਰ ਵੀ ਤੁਹਾਨੂੰ ਮੁੱਲ ਲੈਣੇ ਪੈਂਦੇ ਨੇ? ਨਹੀਂ ਨਹੀਂ, ਕੋਈ ਮੁੱਲ ਨਹੀਂ ਲੈਣੇ ਪੈਂਦੇ ਇਹਦੇ 'ਚੋਂ। ਅਸੀਂ ਸਗੋਂ ਜ਼ਿਆਦਾ ਇਸ ਵਾਸਤੇ ਬੀਜੇ ਨੇ ਕਿ ਅਸੀਂ ਜ਼ਿਮੀਂਦਾਰ ਵੀ ਹਾਂ ਨਾਲ, ਸਿਆਸੀ ਲਿਹਾਜ਼ ਨਾਲ ਵੀ ਲੋਕ ਗੱਲ ਵੇ ਰੋਜ਼ ਕੋਈ ਨਾ 2-4 1-2 ਬੰਦਾ 2-4 ਪੱਠੇ ਪਾਠੀ ਵਿੱਚ ਪੱਠੇ ਲੈਣ ਵਾਲੇ ਪੈ ਜਾਂਦੇ ਨੇ। तो ज़्यादा भी छड़ी ने कोई 2 किले 3 किले के, चलो साडा जिहड़ा निज़ाम अपना भी बेहतरीन चलता रहे। ते 50-60 जानवरों वास्ते साल दी किन्नी तूड़ी तुसी स्टाक करते हो? तूड़ी असां गल वे कि जिहड़ा स्टाक कीती सी कोई गल वे हुण कम तो कम जिहड़ी कोई मेरा 70 क ट्रालियां कीती सी। अजकल चापर चलदा पिया, ਉਹਦੇ ਨਾਲ तूड़ी बनाई दी, अपना ही चापर से तो अपने जिमींदार दी अपनी भैन जो बनाई दा, सानू मजीद सस्ता पै जांदा। ठीक हो गया। ਤੇ ਇਸ ਤੋਂ ਇਲਾਵਾ ਕੋਈ ਪਰਾਲੀ ਵੀ ਸਟਾਕ ਕੀਤੀ ਜੇ? ਪਰਾਲੀ ਐਵੇਂ ਨਾਰਮਲ ਜੇ ਕੀਤੀ ਇਹ ਗੱਲ ਵੇ ਕਿਤੇ ਬੰਦਾ ਕੁਦਰ ਕੇ ਥੱਲੇ ਵੀ ਮੱਝਾਂ ਦੇ ਸੁੱਕ ਪਾ ਲੈਂਦਾ ਸਿਆਲ ਦੇ ਦਿਨ, ਤੇ ਕਿਤੇ ਮਾੜਾ ਮੋਟਾ ਕਿਤੇ ਸ਼ੌਕ ਨਾਲ ਕਿਤੇ ਪਾ ਲਈ, ਵਰਨਾ ਪਰਾਲੀ ਘੱਟ ਹੀ ਇਸਤੇਮਾਲ ਕਰੀਦੀ। ਜ਼ਿਆਦਾ ਤੂੜੀ ਦਾ ਇਸਤੇਮਾਲ ਹੀ ਕਰਦੇ? ਜ਼ਿਆਦਾ ਤੂੜੀ ਦਾ ਇਸਤੇਮਾਲ ਕਰੀਦਾ। ਹੁਣ ਆ ਜਾ ਕੇ ਸਟਾਲਾ ਉਹ ਪਾਈਦਾ ਜ਼ਿਆਦਾ। ਪਿਛਾਂ ਜਵਾਰ ਬੀਜੀ ਸੀ, ਮਕਈ ਬੀਜੀ ਸੀ, ਕੋਈ 8-10 ਕਿੱਲੇ ਦਾ, ਉਹ ਬੜੀ ਮੌਜ ਸੀ। ਤੇ ਸਰ ਵੰਡਾ ਤੁਸੀਂ ਕਿਹੜਾ ਇਸਤੇਮਾਲ ਕਰਦੇ ਹੋ? ਕੋਈ ਆਪੀ ਤਿਆਰ ਕੀਤਾ ਹੈ ਜਾਂ ਕਿ ਕਿਸੇ ਕੰਪਨੀ ਦਾ ਇਸਤੇਮਾਲ ਕਰਦੇ ਹੋ? ਨਹੀਂ, ਕੰਪਨੀ ਦਾ ਇਸਤੇਮਾਲ ਕਰਨੇ ਆ। ਵੰਡਾ ਵਾ ਤੁਹਾਡੇ ਸਾਹਮਣੇ ਪਿਆ, ਹਾਈਟੇਕ ਫੀਡ ਹੈ ਜੀ, ਨਾਲ ਖਲ ਵੀ ਪਾ ਲਈ ਦੀ, ਚੋਖਰ ਇਸਤੇਮਾਲ ਕਰ ਲਈਦਾ। ਇਹ ਰੋਜ਼ਾਨਾ ਦਾ ਕਿੰਨਾ ਵੰਡਾ ਦੱਸਿਆ ਜੇ? ਰੋਜ਼ਾਨਾ ਦਾ ਇੱਕ ਜਾਨਵਰ ਨੂੰ ਕੋਈ 4 ਕਿਲੋ ਪਾ ਛੜੀਦਾ। ਇਹ ਹੈ ਜਿਹੜਾ ਜਾਨਵਰ ਇਹ ਦੁੱਧ ਦੇਣ ਵਾਲਾ ਜਾਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ? ਦੁੱਧ ਦੇਣ ਵਾਲਾ, ਜਿਹੜੇ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਤਾਂ ਪਾਈਦਾ ਹੀ ਨਹੀਂ। ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਸ ਟਾਈਮ ਕੋਈ 45 ਜਾਨਵਰ ਦੁੱਧ ਦੇ ਰਹੇ ਨੇ। ਮਾਸ਼ਾਅੱਲਾ। ਤੇ 45 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਕੁ ਦੁੱਧ ਸੇਲ ਹੋ ਜਾਂਦਾ? ਰੋਜ਼ਾਨਾ ਦਾ ਦੁੱਧ ਸਾਡਾ ਹੋ ਜਾਂਦਾ ਕੋਈ 400 ਕਿਲੋ ਹੋ ਜਾਂਦਾ, ਜਿਹਦੇ 'ਚੋਂ ਅਸੀਂ ਘਰ ਵੀ ਗੱਲ ਵੇਜ਼ਾਰ ਆਪਣੇ ਘਰ ਵੀ ਕੋਈ 15-20 ਕਿਲੋ ਖੜੀਦਾ, 10 ਕਿਲੋ ਦੀ ਕੁੱਪੀ ਸਵੇਰ 10 ਸ਼ਾਮ। ਕੋਈ ਇੱਥੇ ਨੌਕਰਾਂ ਨੂੰ ਵੀ ਕੋਈ ਗੱਲ ਵੇ ਕੇ ਵਿੱਚ ਦੇਣਾ ਪੈਂਦਾ ਸਾਰਾ, ਮਤਲਬ ਕਿ ਜਿਹੜਾ ਨਾ ਕੋਈ ਇੱਕ ਦੋ ਦੋਸਤ ਵੀ ਖੜਦੇ ਨੇ। ਠੀਕ ਹੈ। ਇਹ ਟੋਟਲ 400 ਕਿਲੋ ਹੋਵੇ ਜਾਂ ਜਿਹੜਾ ਤੁਸੀਂ ਦੱਸਿਆ ਘਰ ਲੈ ਕੇ ਜਾਂਦੇ ਹੋ ਅਲੱਗਾ? ਜਿਹੜਾ ਘਰ ਟੋਟਲ ਜਿਹੜਾ ਦੇਈਦਾ ਜਿਹੜਾ ਘਰ ਉਹ ਤੇ ਠੀਕ, ਉਹ ਤੇ ਮੁੱਕ ਗਿਆ, ਜਿਹੜਾ ਖਾ ਲਿਆ ਉਹ ਮੁੱਕ ਗਿਆ। ਮਾਸ਼ਾਅੱਲਾ। ਯਾਨੀ ਕਿ ਫਿਰ ਤਕਰੀਬਨ ਕੋਈ ਰੋਜ਼ਾਨਾ ਦਾ 450 ਕਿਲੋ ਦੁੱਧ ਟੋਟਲ ਇਹਨਾਂ ਦਾ ਹੋ ਜਾਂਦਾ ਹੈ? 400 ਆ ਬਿਲਕੁਲ ਹੋ ਜਾਂਦਾ। 400 ਕਿਲੋ 10 ਮਣ ਦੁੱਧ ਰੋਜ਼ ਦੇ ਛੜੀ ਜੀ। ਤੇ ਸਰ ਦੁੱਧ ਤੁਸੀਂ ਦੋਧੀ ਨੂੰ ਫਿਰ ਸੇਲ ਕਰਦੇ ਹੋ ਜਾਂ ਕਿ ਘਰਾਂ ਚ ਲਾਇਆ? ਕੀ ਤਰੀਕਾ ਹੁੰਦਾ ਹੈ? ਇੰਨੀ ਜ਼ਿਆਦਾ ਮਿਕਦਾਰ ਨੂੰ ਫਿਰ ਕਿੰਜ ਫਰੋਖਤ ਕਰਦੇ ਹੋ? ਇਹ ਅਸਾਂ ਦੁੱਧ ਹੀ ਰੱਖਿਆ ਪੱਕਾ ਹੀ,
ਬਲਕਿ ਉਹਨੂੰ ਇਹ ਆਖਿਆ ਕਿ ਤੂੰ ਧਾਰਾਂ ਵੀ ਤੂੰ ਹੀ ਕਢਾਉਣੀਆਂ, ਅਸਾਂ ਨੇ ਹੱਥ ਲਾਣਾ, ਬੰਦਿਆਂ ਨੂੰ ਆਉਣਾ ਉਹਨੇ ਤੇ ਧਾਰਾਂ ਨਾਲ ਕਢਾਉਣੀਆਂ। ਸੁਬਾਹ ਵੀ ਉਹਨੇ ਹੀ ਆ ਕੇ ਠਾਣਾ ਬੰਦਿਆਂ ਨੂੰ, ਅਸਾਂ ਨੇ ਉੱਠ ਕੇ ਆਉਣਾ, ਨਮਾਜ਼ ਪੜ੍ਹ ਕੇ ਆਉਣਾ ਆਪ ਸੁਬਾਹ ਦੇ। ਸ਼ਾਮੀ ਵੀ ਉਹਨੇ ਆ ਜਾਣਾ 3 ਵਜੇ 2:30 ਵਜੇ, ਉਹਨੇ ਆ ਕੇ ਧਾਰਾਂ ਸ਼ੁਰੂ ਕਰਾਉਣੀਆਂ, ਨਾਲ ਉਹਨੇ ਧਾਰਾਂ ਕਢਾਉਣੀਆਂ। ਦੁੱਧ ਨੂੰ ਮੌਜ, ਇਹੋ ਜਿਹਾ ਦੁੱਧ ਨੂੰ ਲੱਭਦਾ ਨਹੀਂ, ਤੇ ਇਹਨਾਂ ਡੇਰੇ ਇੱਕ ਤੋਂ ਲੱਭਦਾ ਨਹੀਂ ਦੁੱਧ ਨੂੰ। ਜੀ ਜੀ ਸਰ, ਉਹ ਬੜਾ ਖੁਸ਼ ਹੈ। ਤੇ ਰਾਣਾ ਸਾਹਿਬ ਦੁੱਧ ਦਾ ਕੀ ਰੇਟ ਮਿਲਦਾ ਪਿਆ ਅੱਜ ਕੱਲ੍ਹ? ਦੁੱਧ ਦਾ ਅਸੀਂ 85 ਰੁਪਏ ਕਿਲੋ ਦੇ ਰਹੇ ਹਾਂ। ਆਮ ਲੋਕ ਤੇ ਘੱਟ ਦੇ ਰਹੇ, ਮਤਲਬ ਰੇਟ ਘੱਟ ਹੈ ਬਾਹਰ, ਲੇਕਿਨ ਅਸੀਂ 85 ਰੁਪਏ ਦੇ ਰਹੇ ਹਾਂ। ਮਾਸ਼ਾਅੱਲਾ ਸਰ, ਹਾਲਸ ਦੁੱਧ ਦਾ ਜਿਹੜਾ 85 ਰੇਟ ਆ ਬਹੁਤਾ ਜ਼ਿਆਦਾ ਵੀ ਨਹੀਂ। ਥੋੜਾ ਹੈ, ਲੇਕਿਨ ਗੱਲ ਠੀਕ ਹੈ, ਪਿੰਡਾਂ ਦੇ ਹਿਸਾਬ ਨਾਲ ਸਾਡਾ ਜਿਹੜਾ ਲੋਕਾਂ ਨਾਲੋਂ 5-7 ਰੁਪਏ ਰੇਟ ਜ਼ਿਆਦਾ ਹੀ ਹੈ। ਮਾਸ਼ਾਅੱਲਾ, ਤੇ ਉਹਨੂੰ ਵੀ ਫਾਇਦਾ, ਸਾਨੂੰ ਵੀ ਫਾਇਦਾ। ਉਹ ਜਿਹੜਾ ਦੁੱਧ ਅਸਾਂ ਡੇਲੀ ਲੋਕਾਂ ਦੀਆਂ ਛੁੱਟੀਆਂ ਕਰਦਾ, ਉਹ ਸਾਡੀਆਂ ਛੁੱਟੀਆਂ ਦਾ ਵੀ ਕੋਈ ਚੱਕਰ ਨਹੀਂ। ਦੁੱਧ ਜਿਹੜਾ ਅਸਾਂ ਧਾਰ ਕੱਢ ਕੇ ਕੁੱਪੀ 'ਚ ਪੈ ਜਾਣਾ, ਉਹਦਾ ਦੁੱਧ ਉਹ ਆਏ ਨਾ ਆਏ ਕੋਈ ਮਸਲਾ ਨਹੀਂ। ਤੇ ਰਾਣਾ ਸਾਹਿਬ ਜਿਹੜੀ ਮੈਂ ਦੁੱਧ ਕੰਮ ਦਿੰਦੀ ਏ, ਉਹਨੂੰ ਫਿਰ ਕੀ ਖਿਲਾਉਂਦੇ ਹੋ ਜਾਂ ਉਹਦਾ ਕੀ ਕੋਈ ਇਲਾਜ ਕਰਦੇ ਹੋ ਕਿ ਉਹ ਦੁੱਧ ਜ਼ਿਆਦਾ ਦੇ? ਦੁੱਧ ਜਦੋਂ ਥੋੜਾ ਜਿਹਾ ਦੁੱਧ ਮੱਝ ਦਾ ਘਟਦਾ, ਉਹਨੂੰ ਮਸਾਲਾ ਦੇਈਦਾ, ਉਹਨੂੰ ਗੁੜ ਦੇਈਦਾ, ਉਹ ਠੀਕ ਹੋ ਜਾਂਦੀ ਹੈ। ਇਹ ਮਸਾਲਾ ਜਾਂ ਗੁੜ ਤੁਸੀਂ ਕਿਹੜਾ ਉਹਨੂੰ ਦਿੰਦੇ ਹੋ? ਗੁੜ ਤੇ ਜ਼ਾਰਾ ਗੁੜ ਤੁਹਾਨੂੰ ਵੀ ਪਤਾ ਕਿੰਨੇ ਦਾ ਬਣਦਾ ਹੈ ਜੀ। ਮਸਾਲਾ ਕਿਹੜਾ ਦੇ ਰਹੇ ਹੋ? ਗੱਲ ਵੇ ਕਿ ਵਿੱਚ ਮਿਰਚਾਂ ਪਾ ਲਈਆਂ, ਵਿੱਚ ਅਦਰਕ ਪਾ ਲਿਆ, ਪਿਆਜ਼ ਪਾ ਲਿਆ, ਇਸ ਤਰ੍ਹਾਂ ਕੋਈ ਕਾਲਾ ਨਮਕ ਪਾ ਲਿਆ, ਇਸ ਤਰ੍ਹਾਂ ਦਾ ਮਸਾਲਾ, ਕੋਈ ਜਵੈਨ ਪਾ ਲਈ। ਗੱਲ ਵੇ ਬਸ ਮਸਾਲਾ ਇਸ ਤਰ੍ਹਾਂ ਜਿਹੜਾ ਨਾ ਤਿਆਰ ਕਰਕੇ ਉਹ ਸਾਰਿਆਂ ਨੂੰ ਰਾਤ ਨੂੰ ਦੇ ਦੇਣਾ। ਰਾਤ ਨੂੰ ਗਾਲੀ ਕਰਦਾ, ਡੰਗਰ ਹਜ਼ਮ ਹੋ ਜਾਂਦਾ, ਨਾਲ ਪੱਠਾ ਹਜ਼ਮ ਹੋ ਜਾਂਦਾ। ਅੱਛਾ, ਮਸਾਲਾ ਰਾਤ ਨੂੰ ਦੇਣਾ ਹੈ? ਹਾਂ, ਸ਼ਾਮ ਨੂੰ ਦੇਣਾ, ਜਦੋਂ ਅੰਦਰ। ਸੁਬਾਹ ਨਹੀਂ ਦੇਣਾ? ਨਹੀਂ, ਸੁਬਾਹ ਸਰ ਬੜੀ ਅੱਛੀ ਗੱਲ ਦੱਸੀ ਏ। ਤੇ ਤੁਹਾਡੇ ਕੋਲ ਇਸ ਟਾਈਮ ਕਿਹੜੀ ਕਿਹੜੀ ਨਸਲ ਦੀਆਂ ਮੱਝਾਂ ਨੇ? ਮੱਝਾਂ ਸਾਡੇ ਕੋਲ ਸਾਰੀਆਂ, ਅਸਾਂ ਨਾ ਉੱਥੋਂ ਕਾੜੇ ਲੋ ਲਿਆਂਦੀਆਂ ਨੇ ਮੰਡੀਆਂ 'ਚੋਂ ਹੀ। ਸਾਰੀਆਂ ਕਾੜੇ ਮੰਡੀ 'ਚੋਂ? ਸਾਰੀਆਂ ਕਾੜੇ ਮੰਡੀ 'ਚੋਂ ਲਿਆਂਦੀਆਂ। ਇਹ ਖਰੀਦਦਾਰੀ ਖੁਦ ਕਰਦੇ ਹੋ ਜਾਂ ਮੁਲਾਜ਼ਮ ਕਰਦੇ ਨੇ ਤੁਹਾਡੇ? ਨਹੀਂ, ਖੁਦ ਕਰਨਾ। ਤੇ ਸਾਡੇ ਨਾਜ਼ਰੀਨ ਨੂੰ ਮੱਝਾਂ ਦੀ ਖਰੀਦਦਾਰੀ ਦੇ ਮੁਤਲਕ ਕੋਈ ਅੱਛੀਆਂ ਗੱਲਾਂ ਦੱਸੋ ਕਿ ਤੁਸੀਂ ਮੱਝ ਦੀਆਂ ਕਿਹੜੀਆਂ ਚੀਜ਼ਾਂ ਵੇਖ ਕੇ ਤੇ ਮੱਝ ਨੂੰ ਲੈਂਦੇ ਹੋ? ਮੱਝ ਤੇ ਜ਼ਾਰੇ ਜੀ ਸੋਹਣੀ ਹੋਏ, ਉਤਲੋਂ ਮਤਲਬ ਕਿ ਸਾਈਵਾਲ ਉਕਾੜਾ ਜਿਹੜਾ ਉਹ ਨਸਲ ਹੈ ਜੂਏ ਮੱਝਾਂ ਦੇ, ਉਤਲੋਂ ਅਸੀਂ ਪਹਿਲਾਂ ਝੋਟੀ ਲਿਆਉਂਦੇ ਹਾਂ ਇੱਥੇ 1-2 ਸੂਏ ਜਿਹੜੇ ਨਾ ਸਾਡੇ ਬਿਹਤਰੀਨ ਉਹ ਦੁੱਧ ਦਿੰਦੀਆਂ ਨੇ, ਤੇ ਅੱਗੋਂ ਫਿਰ ਉਹ ਵੇਚਣ ਨੂੰ ਅੱਗੇ ਆਸਾਨੀ ਹੋ ਜਾਂਦੀ ਹੈ ਕਿ ਨਸਲੀ ਮੱਝਾਂ ਜਿਹੜੀਆਂ ਨੇ ਲੋਕ ਮਤਲਬ ਕਿ ਵਿੱਚ ਮਾੜੇ ਲੋਕ ਲੈ ਲੈਂਦੇ ਨੇ ਕਿ ਚਲੋ ਗੱਲ ਹੈ ਵੀ ਜੀ ਉੱਧਰ ਦਾ ਡੰਗਰ ਹੈ, ਠੀਕ ਹੈ। ਤੇ ਸਰ ਤੁਸੀਂ ਮੱਝ ਨੂੰ ਕਿੰਨੇ ਸੂਏ ਆਪਣੇ ਕੋਲ ਰੱਖਦੇ ਹੋ ਤੇ ਫਿਰ ਸੇਲ ਕਰ ਦਿੰਦੇ ਹੋ? ਮੱਝ ਨੂੰ 2 ਸੂਏ ਜ਼ਿਆਦਾ ਤੋਂ ਜ਼ਿਆਦਾ, ਤੀਸਰਾ ਸੂਆ ਤਿਆਰ ਹੋਣਾ, ਫਿਰ ਉਹ ਨਵੀਆਂ ਪੁਰਾਣੀਆਂ ਕਰਦੇ ਰਹਿਣਾ। ਅੱਛਾ, ਯਾਨੀ ਕਿ 2 ਸੂਏ ਤੁਸੀਂ ਉਹਦੇ ਕੋਲ ਦੁੱਧ ਲੈਂਦੇ ਹੋ, ਫਿਰ ਨਵੀਆਂ ਪੁਰਾਣੀਆਂ ਕਰ ਲੈਂਦੇ ਹੋ? ਹਾਂਜੀ। ਤੇ ਉਹ ਜਦੋਂ ਤੁਸੀਂ ਉਹਨੂੰ ਸੇਲ ਕਰਦੇ ਹੋ ਵਨ ਲੱਗੀ ਹੁੰਦੀ ਹੈ ਜਾਂ ਫੰਡਰ ਹੀ ਸੇਲ ਕਰ ਦਿੰਦੇ ਹੋ? ਨਹੀਂ, ਵਨ ਤੇ ਬਾਅਦ ਵਨ ਹੀ ਜ਼ਿਆਦਾ ਲੱਗੇ ਹੁੰਦੇ, ਸ਼ਾਇਦ ਕੋਈ ਨਾ ਮਤਲਬ ਕਿ ਅੱਗੋਂ ਫਲੇ ਤੇ ਉਹ ਰਹਿ ਜੇ ਇੰਜੀ, ਉਹ ਫਿਰ ਪਹਿਲੇ ਹੀ ਦੇ ਛੜੀ ਦੀ ਹੈ ਕਿ ਫਲੀ ਨਹੀਂ, ਇਹਨੂੰ ਪੱਠੇ ਮਹਿੰਗੇ ਪੈਂਦੀ ਹੈ। ਜੀ ਜੀ। ਉਹ ਜਿਹੜੀ ਫਲਦੀ ਨਹੀਂ, ਹੀਟ ਵਿੱਚ ਨਹੀਂ ਹੁੰਦੀ, ਉਹਦੀ ਕੀ ਵਜ੍ਹਾ ਹੁੰਦੀ ਹੈ ਤੇ ਉਹਦਾ ਕੋਈ ਇਲਾਜ ਮੁਮਕਿਨ ਨਹੀਂ ਹੈ? ਹਾਂ, ਨਹੀਂ, ਇਲਾਜ ਵੀ ਕਰਵਾਈਦਾ, ਬਾਅਦ ਤੇ ਠੀਕ ਹੋ ਜਾਂਦੇ ਨੇ। ਬਾਅਦ ਸ਼ਾਇਦ ਕੋਈ 1-2% ਐਸੇ ਜਾਨਵਰ ਹੋਣ ਜਿਹੜੇ ਨਾ ਮੁੜ ਕੇ ਖਲੋਣ, ਅੱਗੋਂ ਨਾ ਮਤਲਬ ਕਿ ਸੂਣ ਵਾਲੇ ਹੋਣ, ਤੇ ਉਹ ਫਿਰ ਦੇਸ਼ੜੀ ਦੇ ਨਾਲ ਗੱਲ ਪੱਠੇ ਫਿਰ ਉਹਨਾਂ ਨੂੰ ਪੱਲਿਓ ਪਾਣੇ ਫਿਰ ਮੁਸ਼ਕਿਲ ਹੋ ਜਾਂਦਾ ਜੀ। ਤੇ ਇਲਾਜ ਕੋਈ ਦੇਸੀ ਕਰਦੇ ਹੋ ਜਾਂ ਡਾਕਟਰ ਨੂੰ ਬੁਲਾਉਂਦੇ ਹੋ? ਫਿਰ ਡਾਕਟਰ ਨੂੰ ਵੀ ਬੁਲਾ ਲਈਦਾ, ਬਾਅਦ ਕੋਈ ਦੇਸੀ ਵੀ ਗੱਲ ਹੋਵੇ ਕਿ ਜਿਹੜਾ ਨਾ ਕੋਈ ਮਤਲਬ ਕਿਸੇ ਸਿਆਣੇ ਨੂੰ ਪੁੱਛ ਕੇ ਕੋਈ ਨੁਕਸਾ ਦੇ ਛੜਿਆ। ਸਰ ਕੋਈ ਦੇਸੀ ਇਲਾਜ ਦੱਸੋ ਨਾ, ਤਾਂ ਕਿ ਦੂਸਰਿਆਂ ਦਾ ਵੀ ਕੋਈ ਫਾਇਦਾ ਹੋਈਏ। ਦੇਸੀ ਇਲਾਜ ਗੱਲ ਹੋਵੇ ਕਿ ਬਸ ਜਦੋਂ ਡੰਗਰ ਇੱਕ ਜੇ ਤੇ ਕੋਈ ਬੋਲੇ ਨਾ ਤੇ ਫਿਰ ਉਹਨੂੰ ਆਂਦੇ ਨੇ ਜੀ ਗੱਲ ਦਿਓ ਇਹਨੂੰ ਕੋਈ ਤੇਲ ਛਿਲ ਜੇ, ਹੁਣ ਠੰਡ ਦੇ ਦਿਨ ਨੇ ਕਿ ਇਹਨੂੰ ਗਰਮ ਤੇਲ ਦਿਓ ਜੀ ਜ਼ਰਾ, ਚਲੋ ਅੰਦਰੋਂ ਜਾਨਵਰ ਗਰਮ ਹੋਏ ਤੇ ਬੋਲੇ ਜੀ, ਨਵੇਂ ਦੁੱਧ ਫਿਰ ਕਰਵਾ ਦੇਣ। ਤੇ ਜੇ ਗੱਲ ਹੋਵੇ ਸਰਦੀਆਂ ਗਰਮੀਆਂ ਹੋਣ ਤਾਂ ਕੋਈ ਠੰਡੀ ਚੀਜ਼ ਦੇ ਦੇ ਜੀ, ਗਰਮ ਹੋ ਗਈ ਹੈ ਜ਼ਿਆਦਾ, ਇਹਨੂੰ ਠੰਡੀ ਕਰੋ ਜ਼ਰਾ। ਤੇ ਇਸ ਟਾਈਮ ਤੁਹਾਡੇ ਫਾਰਮ ਤੇ ਜਿਹੜੀ ਸਭ ਤੋਂ ਚੰਗੀ ਮੈਂ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਰਹੀ ਹੈ? ਜ਼ਿਆਦਾ ਤੋਂ ਜ਼ਿਆਦਾ ਮੱਝ ਜਿਹੜੇ ਬੜੀ ਚੰਗੀ ਹੈ ਗੱਲ ਵੇ 15-16 ਕਿਲੋ, 17-18 ਕਿਲੋ ਤੱਕ ਵੀ ਦਿੰਦੀਆਂ ਨੇ। ਤੇ ਜਿਹੜੀਆਂ ਘੱਟ ਨੇ ਮਤਲਬ ਬੜੀ ਵੀ ਘੱਟ ਦਿੰਦੀ ਹੈ, 7-8 ਕਿਲੋ ਤੇ ਦਿੰਦੀ ਹੈ। ਮਤਲਬ ਜਿਹੜੀਆਂ ਸੂਆ ਜਿਨ੍ਹਾਂ ਦਾ ਹੋ ਗਿਆ ਫਿਰ ਉਹ ਦੁੱਧੋਂ ਘੱਟ ਜਾਂਦੀਆਂ ਨੇ। ਠੀਕ, ਮਾਸ਼ਾਅੱਲਾ ਤੁਹਾਡੇ ਕੋਲ ਕਾਫੀ ਜ਼ਿਆਦਾ ਜਾਨਵਰ ਨੇ, ਤੇ ਇਹਨਾਂ ਦਾ ਜਿਹੜਾ ਗੋਬਰ ਹੈ ਉਹਨੂੰ ਫਿਰ ਕਿੰਜ ਇਸਤੇਮਾਲ ਵਿੱਚ ਲਿਆਉਂਦੇ ਹੋ? ਗੋਬਰ ਜਨਾਬ ਅਸੀਂ ਟਰਾਲੀ ਰੱਖੀ ਹੈ, ਜਾ ਕੇ ਬਾਹਰ ਪੈਲੀ ਦੇ ਵਿੱਚ ਪੱਕੀ ਸੜਕ ਦੇ ਨਾਲ ਰੱਖ ਪਿਆ ਸਾਡੇ ਕੋਲ, ਉਹਦੇ ਵੀ ਪੈਲੀ ਦੇ ਵਿੱਚ ਢੇਰ ਲਾਉਂਦੇ ਰਹੀਦਾ। ਜਦੋਂ ਅੱਗੋਂ ਆਉਣਾ April May ਆਉਣੀ ਹੈ, ਉਹ ਫਿਰ ਪੈਲੀਆਂ ਦੇ ਵਿੱਚ ਇਸਤੇਮਾਲ ਕਰ ਲੈਣਾ, ਐਕਸੀਵੇਟਰ ਮੰਗਵਾਉਣਾ, ਪੈਲੀਆਂ ਦੇ ਵਿੱਚ ਇਸਤੇਮਾਲ ਕਰ ਲੈਣਾ।
ਉਹ ਖਾਦ ਦੀ ਵੀ ਬਚਤ ਹੋ ਜਾਂਦੀ ਹੈ ਜੀ। ਫਸਲ ਜਿਹੜੀ ਹੈ ਉਹ ਅੱਛੀ ਹੁੰਦੀ ਹੈ, ਜ਼ਮੀਨ ਜਿਹੜੀ ਉਹ ਜ਼ਿਆਦਾ ਤਾਕਤ 'ਚ ਆ ਜਾਂਦੀ ਹੈ ਗੋਬਰ ਦੀ ਖਾਦ ਨਾਲ। ਸਭ ਤੋਂ ਅੱਛੀ ਗੋਬਰ ਦੀ ਖਾਦ ਹੈ ਜੀ ਸਰ। ਜੀ ਇਹ 4 ਰਿਜ਼ਲਟ ਹੁੰਦਾ 2-3 ਸਾਲ ਗੋਬਰ ਦੀ ਖਾਦ ਪਾ ਦਿਓ, 1 ਸਾਲ ਗੋਬਰ ਦੀ ਖਾਦ, 3 ਸਾਲ ਉੱਥੇ ਗੱਲ ਵੇ ਘੱਟ ਵੀ ਖਾਦ ਇਸਤੇਮਾਲ ਕਰੋ, ਪੈਲੀ ਅੱਛੀ ਰਹੇਗੀ। ਤੇ ਰਾਣਾ ਸਾਹਿਬ ਜਿਹੜਾ ਤੁਹਾਡਾ ਫਾਰਮ ਹੈ ਟੋਟਲ ਕਿੰਨਾ ਏਰੀਆ ਹੈ ਤੇ ਜਿਹੜਾ ਸ਼ੈੱਡ ਹੈ ਇਹ ਕਿੰਨੇ ਮਰਲੇ 'ਚ ਵੀ ਦੀ ਲੰਬਾਈ ਜਾਂ ਚੌੜਾਈ ਕੀ ਹੈ ਇਹ ਵੀ ਦੱਸ ਦਿਓ। ਇਹ ਪੂਰੇ ਏਕੜ ਦੀ ਲੰਬਾਈ ਹੈ ਤੇ ਚੌੜਾਈ ਜਿਹੜੀ ਹੈ ਗੱਲ ਵੇ ਕਿ ਉਹ ਵੀ ਇਹਦੀ ਜਿਹੜੀ ਹੈ ਨਾ 2-3 ਕਨਾਲ ਦੀ ਚੌੜਾਈ ਹੈ। ਮਤਲਬ ਕਿੰਨੇ ਫੁੱਟ ਚੜਾਈ ਹੈ ਬੰਦੀ ਤਕਰੀਬਨ? ਇਹ ਲੰਬਾਈ ਜਿਹੜੀ ਹੈ 220 ਫੁੱਟ ਬਣ ਜਾਂਦੀ ਹੈ, ਚੌੜਾਈ ਜਿਹੜੀ ਹੈ ਕੋਈ ਬਣ ਜਾਂਦੀ ਹੈ 100 ਫੁੱਟ। 100 ਫੁੱਟ ਚੜਾਈ ਬਣ ਜਾਂਦੀ ਹੈ। ਇਹ ਟੋਟਲ ਫਾਰਮ ਦਾ ਏਰੀਆ ਦੱਸਿਆ ਹੈ। ਹਾਂਜੀ। ਤੇ ਆ ਜਿਹੜਾ ਸ਼ੈੱਡ ਬਣਿਆ ਇਹਦਾ ਏਰੀਆ ਘੱਟ ਹੈ? ਇਹਦਾ ਏਰੀਆ ਘੱਟ ਹੈ, ਥੋੜਾ ਹੀ ਘੱਟ ਹੈ ਗੱਲ, ਐਵੇਂ ਅੱਗੋਂ ਥੋੜਾ ਹੀ ਮੱਥਾ ਰਹਿੰਦਾ ਜਿਹੜਾ ਨਹੀਂ ਬਣਾਇਆ। ਚਲੋ ਧੁੱਪ ਵੀ ਵਿੱਚ ਜ਼ਰੂਰਤ ਹੁੰਦੀ ਹੈ। ਅੱਛਾ ਰਾਣਾ ਸਾਹਿਬ, ਮੈਂ ਗੌਰ ਕੀਤਾ ਕਿ ਤੁਹਾਡਾ ਜਿਹੜਾ ਸ਼ੈੱਡ ਹੈ ਅੱਧੀ ਛੱਤ ਜਿਹੜਾ ਹੈ ਇਹ ਕਾਫੀ ਉੱਚੀ ਹੈ। ਹਾਂਜੀ। ਇਹਦੀ ਤੁਸੀਂ ਹਾਈਟ ਨਹੀਂ ਜ਼ਿਆਦਾ ਕਿਉਂ ਰੱਖੀ ਹੈ? ਹਾਈਟ ਇਸ ਵਾਸਤੇ ਰੱਖੀ ਹੈ ਕਿ ਜੇ ਛੱਤ ਨੀਵਾਂ ਰੱਖਾਂਗੇ ਡੰਗਰਾਂ ਨੂੰ ਜਦੋਂ ਗਰਮੀਆਂ ਦੇ ਵਿੱਚ ਇੱਥੇ ਡੰਗਰ ਬੱਝੇ ਹੋਣਗੇ ਸੇਕ ਪਏਗਾ, ਗਰਮੀ ਜ਼ਿਆਦਾ ਲੱਗੇਗੀ। ਉੱਚਾ ਰੱਖਿਆ ਗੱਲ ਵੇ ਕਿ ਜਿਹੜਾ ਨਾ ਹਵਾ ਕਰਾਸ ਹੁੰਦੀ ਰਹੇਗੀ ਜੀ। ਗਰਮੀਆਂ ਦੇ ਵਿੱਚ ਜਿਹੜਾ ਨਾ ਜਾਨਵਰ ਨੂੰ ਇੱਥੇ ਗਰਮੀ ਨਹੀਂ ਮਹਿਸੂਸ ਹੋਏਗੀ। ਤੇ ਸਰ ਕਿੰਨੀ ਇਹਦੀ ਉਚਾਈ? ਇਹਦੀ ਉਚਾਈ ਜੇ ਮੇਰਾ ਕੋਈ 15-16 ਫੁੱਟ ਚ ਉਚਾਈ ਹੈ। 15 ਫੁੱਟ 15-16 ਫੁੱਟ ਉਚਾਈ ਹੈ ਵੇ। ਹਾਂਜੀ। ਮਾਸ਼ਾਅੱਲਾ ਤੁਸੀਂ ਕਾਫੀ ਕੋਈ ਖੁਰਾਕ ਲਿਆਉਂਦੇ ਆ ਗੱਲ, ਕੋਈ ਵੰਡਾ ਲਿਆਉਂਦੇ ਆ, ਗੱਡੀ ਆਉਂਦੀ ਹੈ ਬੈਕ ਅੰਦਰ ਟੁਰ ਜਾਂਦੀ ਹੈ। ਅੱਛਾ। ਤੇ ਉਹ ਵੀ ਫਾਇਦਾ ਹੈ, 2 ਫਾਇਦੇ ਨੇ। ਜ਼ਬਰਦਸਤ ਹੋ ਗਿਆ ਰਾਣਾ ਸਾਹਿਬ, ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਗੱਲਾਂ ਦਸੀਆਂ ਨੇ। ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਸ਼ੌਕ ਹੈ ਕਿ ਉਹ ਡੇਅਰੀ ਫਾਰਮ ਸ਼ੁਰੂ ਕਰਨ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇ ਦਿਓ। ਮਸ਼ਵਰਾ ਤੇ ਦੇਖੋ ਜੀ ਬਹੁਤ ਅੱਛਾ ਕੰਮ ਹੈ। ਅਗਰ ਬੰਦੇ ਦਾ ਕੇ ਕੰਮ ਕਰਦਾ, ਅਗਰ 10-20-30 ਡੰਗਰ ਦਾ ਕੰਮ ਕਰਦਾ, ਆਪੀ ਵਿੱਚ ਡੰਗਰਾਂ ਦੇ ਨਾਲ ਬੰਦੇ ਰੱਖੇ ਹੋਣ, ਤੇ ਮੈਂ ਸਮਝਣਾ ਗੱਲ ਵੇ ਕਿ ਇਹਦੇ ਨਾਲ ਅਗਰ ਬਾਹਰ ਜਾਂਦਾ ਬੰਦਾ, ਗੱਲ ਵੇ ਅੱਜ ਸਾਊਦੀ ਅਰਬ ਵੀ ਜਾਣਾ 8-10 ਲੱਖ 8 ਲੱਖ ਰੁਪਇਆ ਲੱਗਦਾ। ਅੱਗੋਂ ਉੱਥੇ ਇੰਨੇ ਘਾਮਿਆਂ ਸ਼ਾਮਿਆਂ ਦੇ ਵੀਜ਼ਾ ਲੱਗਣ ਦੇ ਖਰਚੇ ਨੇ, ਮਜ਼ਦੂਰੀ ਕਰਕੇ ਤੇ ਦੇਣਾ ਸਾਰਾ ਕੁਝ, ਤੇ ਮਗਰ ਬੱਚਿਆਂ ਲਈ ਤੇ ਕੁਝ ਵੀ ਨਹੀਂ ਬਚਦਾ। ਉਹਦੇ ਨਾਲ ਤੇ ਬਿਹਤਰ ਇਹ ਵੇ ਕਿ ਅਗਰ ਉੱਥੇ 7-8 ਲੱਖ ਲਾਣਾ ਤੇ 15-16 ਲਾ ਕੇ 10 ਮੱਝਾਂ ਬਣਾ ਲੈਣ। ਉਹਦੇ ਨਾਲੋਂ ਅਗਰ ਮਿਹਨਤ ਜਿੰਨੀ ਉੱਥੇ ਕਰਨੀ ਹੈ ਮਿਹਨਤ, ਮੈਂ ਖੁਦ ਗਿਆ ਅੱਜ ਕਰਨ, ਤੇ ਮੈਂ 1-2 ਦੋਸਤ ਕੋਲ ਗਿਆ, ਮੈਨੂੰ ਸੁੱਤਿਆਂ ਨੂੰ ਛੱਡ ਕੇ ਉਹ ਗੱਲ ਵੇ ਡਿਊਟੀ ਤੇ ਟੁਰ ਗਏ ਨੇ, ਤੇ ਬਾਅਦ 'ਚ ਆ ਕੇ ਮੇਰੀ ਉਹਨਾਂ ਗੱਲ ਵੇ ਕਿ ਮੈਂ ਮੇਜ਼ਬਾਨੀ ਕੀਤੀ ਹੈ ਕਿ ਅਸੀਂ ਆਏ ਹਾਂ ਫਿਰ ਦੁਬਾਰਾ ਡਿਊਟੀ ਤੋਂ ਹੋ ਕੇ ਜ਼ਰਾ, ਤੇ ਸ਼ਾਮੀ ਹਨੇਰੇ ਆਉਂਦੇ ਨੇ 9-10 ਵਜੇ ਨਾਲ। ਤੇ ਅਗਰ ਇੰਨੀ ਇੱਥੇ ਮਿਹਨਤ ਕਰਨ ਨਾ ਜੀ, ਤੇ ਉਹਦੇ ਨਾਲੋਂ ਮੇਰਾ ਖਿਆਲ ਕਹਿੰਦਾ ਦੁੱਗਣਾ ਫਾਇਦਾ। ਜੀ ਸਰ, ਬੜੀ ਸੋਹਣੀ ਗੱਲ ਕੀਤੀ ਹੈ। ਇੱਕ ਸੁਹਾਰ ਰਹਿ ਗਿਆ ਸੀ ਬੜਾ ਅਹਿਮ ਹੈ। ਮਾਸ਼ਾਅੱਲਾ ਇਹ ਟੋਟਲ 50-60 ਜਾਨਵਰ ਨੇ। ਹਾਂਜੀ। ਤੇ ਰੋਜ਼ਾਨਾ ਦਾ ਕੋਈ 400 ਕਿਲੋ ਦੁੱਧ ਸੇਲ ਹੋ ਜਾਂਦਾ ਹੈ। ਅਗਰ ਅਖਰਾਜਾਤ ਕੱਢ ਕੇ ਬੱਚਤ ਦਾ ਕੋਈ ਹਿਸਾਬ ਲਾਇਆ ਜਾਏ ਤੇ ਕੋਈ ਹਿਸਾਬ ਲਾਇਆ ਤੁਸੀਂ ਕਿ ਨਹੀਂ? ਬੱਚਤ ਵੇਖੋ ਜੀ ਗੱਲ ਵੇ 5 ਬੰਦੇ ਨੇ ਸਾਡੇ ਕੋਲ ਜੀ। 5 ਬੰਦਿਆਂ ਦਾ ਗੱਲ ਵੇ ਕਿ ਵਿੱਚ ਬੰਦੇ ਨੇ ਕੋਈ, ਇਹ ਤਕਰੀਬਨ ਸਮਝ ਲਓ ਕਿ 5 ਬੰਦੇ ਜਿਹੜੇ ਨੇ 15,000 ਪਰ ਹੈਡ ਨੇ। ਠੀਕ ਹੈ। ਤੇ ਕੋਈ ਵੰਡਾ 1,00,000-1.25 ਦਾ ਵੰਡਾ ਵੀ ਬਣ ਜਾਂਦਾ ਮਹੀਨੇ ਦਾ। ਰੁਪਈਆ ਕੋਈ 5-6 ਲੱਖ ਜਿਹੜਾ ਨਾ ਮਹੀਨੇ ਦਾ ਆਰਾਮ ਨਾਲ ਘਰ ਬਹਿ ਕੇ ਬਚ ਜਾਂਦਾ। ਮਾਸ਼ਾਅੱਲਾ। ਤੇ ਬੜਾ ਅੱਲਾ ਦਾ ਸ਼ੁਕਰ ਹੈ, ਆਪੀ ਅਸਾਂ ਆ ਕੇ ਗੱਲ ਵੇ ਸੁਬਾਹ ਨਮਾਜ਼ ਪੜ੍ਹ ਕੇ ਆਉਣਾ, ਸਾਰਾ ਦਿਨ ਹੁਣ ਫਿਰਦੇ ਟੁਰਦੇ ਰਹਿਣਾ, ਬਾਹਰ ਅੰਦਰ ਵੀ ਫਿਰਨਾ। ਜਦੋਂ ਸ਼ਾਮ ਦਾ ਟਾਈਮ ਹੋਣਾ ਫਿਰ ਡੰਗਰਾਂ ਨੂੰ ਲਾ ਕੇ ਬੈਠ ਕੇ ਮਸਾਲਾ ਵਗੈਰਾ ਦਵਾਉਣਾ ਜਾਂ ਗੁੜ ਛੁੜ ਦੇਣਾ। ਠੰਡ ਛੰਡ ਦੇ ਦਿਨ ਜਦੋਂ ਤਸੱਲਾ ਹੋਏ ਨਹੀਂ ਡੰਗਰਾਂ ਦੇ ਥੱਲੇ, ਮੈਂ ਡੰਗਰ ਅੰਦਰ ਬਣਾ ਕੇ ਗੋਦਾਮ ਦੇ ਸਾਰੇ ਸਫਾਈ ਸੁਈ ਕਰਾ ਕੇ ਅੱਗੇ ਥੱਲੇ ਉਹਨਾਂ ਦੇ ਸੁੱਕਾ ਚਾਰਾ ਪਾ ਕੇ ਬਸ ਟੁਰ ਜਾਣਾ। ਠੀਕ ਹੈ, ਬੜਾ ਮਸਲਾ ਹੈ ਜੀ। ਰਾਣਾ ਸਾਹਿਬ ਜ਼ਿੰਦਾਬਾਦ। ਤੁਹਾਡੀ ਗੁਫ਼ਤਗੂ ਸੁਣ ਕੇ, ਤੁਹਾਡੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਲਾ ਹਾਫਿਜ਼। ਮਿਹਰਬਾਨੀ ਜਨਾਬ।